ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਆਦਿ ਮਧਿ ਜੋ ਅੰਤ ਨਿਵਾਹੈ, ਸੋ ਸਾਜਨ ਮੇਰਾ ਮਨ ਚਾਹੈ। ਆਦਿ ਮਧਿ ਜੋ ਅੰਤ ਨਿਵਾਹੈ, ਸੋ ਸਾਜਨ ਮੇਰਾ ਮਨ ਚਾਹੈ। ਹਰਿ ਕੀ ਪ੍ਰੀਤ ਸਦਾ ਸੰਗ ਚਾਲੈ, ਦਇਆਲ ਪੁਰਖ ਪੂਰਨ ਪ੍ਰਤਪਾਲੈ ਰਹਾਉ। ਬਿਨਸਿਤ ਨਾਹੀ ਛੋੜ ਨਾ ਜਾਏ, ਜਹ ਪੇਖਾ ਤੈ ਰਹਿਆ ਸਮਾਏ। ਸੁੰਦਰ ਸੁਗੜ ਚਾਤਰ ਜੀ ਦਾਤਾ, ਭਾਈ ਪੂਤ ਪਿਤਾ ਪ੍ਰਭ ਮਾਤਾ। ਜੀਵਨ ਪ੍ਰਾਣ ਆਧਾਰ ਮੇਰੀ ਰਾਸ, ਪ੍ਰੀਤ ਲਾਈ ਕਰ ਹਿਰਦੈ ਨਿਵਾਸ। ਮਾਇਆ ਸ਼ਿਲਕ ਕਾਟੀ ਗੋਪਾਲ, ਕਰ ਆਪਣਾ ਲੀਨੋ ਨਦਰ ਨਿਹਾਲ। ਸਿਮਰ ਸਿਮਰ ਕਾਟੇ ਸਭ ਰੋਗ, ਚਰਨ ਧਿਆਨ ਸਰਬ ਸੁਖ ਭੋਗ। ਪੂਰਨ ਪੁਰਖ ਨਵ ਤਨ ਨਿਤ ਵਾਲਾ, ਹਰ ਅੰਤਰ ਬਾਹਰ ਸੰਗ ਰਖਵਾਲਾ। ਕਹੋ ਨਾਨਕ ਹਰ ਹਰ ਪਦ ਚੀਨ, ਸਰਬਸ ਨਾਮ ਭਗਤ ਕੋ ਦੀਨ। ਕਹੋ ਨਾਨਕ ਹਰ ਹਰ ਪਦ ਚੀਨ, ਸਰਬਸ ਨਾਮ ਭਗਤ ਕੋ ਦੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਅਸ਼ਟਪਦੀਆਂ 8 ਪਦਿਆਂ ਵਾਲੀ ਬਾਣੀ, ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ 240 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ
ਸੰਗਤਾਂ ਨੂੰ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਕਿ ਸਾਰੇ ਜਹਾਨ ਨੂੰ, ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕੋਈ ਵੀ ਵਰਨ ਹੋਵੇ, ਕੋਈ ਵੀ ਜਾਤੀ ਹੋਵੇ, ਉਪਦੇਸ਼ ਚੌਂ ਵਰਨਾਂ ਕੋ ਸਾਂਝਾ, ਕਿ ਸਾਰੇ ਵਰਨਾਂ ਨੂੰ ਗੁਰੂ ਦੀ ਬਾਣੀ ਦਾ ਉਪਦੇਸ਼ ਸਾਂਝਾ ਹੈ। ਮਹਾਰਾਜ ਜੀ ਬਾਣੀ ਦੁਆਰਾ ਕਥਨ ਕਰਦੇ ਹਨ, ਆਦ ਮੱਧ ਜੋ ਅੰਤ ਨਿਵਾਹੈ। ਇਹ ਭਾਈ ਜਿਸ ਨੇ ਆਦ ਮੁੱਢ ਭਾਵ ਮਾਤਾ ਦੇ ਗਰਭ ਵਿੱਚ, ਮੱਧ ਵਿਚਕਾਰਲੇ ਭਾਵ ਵਰਤਮਾਨ ਸਮੇਂ ਵਿੱਚ ਰੱਖਿਆ ਕੀਤੀ ਹੈ, ਫਿਰ ਜੋ ਅੰਤ ਅਖੀਰ ਭਾਵ ਪਰਲੋਕ ਵਿੱਚ ਜਾ ਕੇ ਵੀ ਨਿਵਾਹੈ, ਨਿਭਾਉਂਦਾ ਹੈ, ਸਾਥ ਦਿੰਦਾ ਹੈ। ਆਦ ਮੱਧ ਜੋ ਅੰਤ ਨਿਵਾਹੈ, ਕਿ ਜਿਸ ਨੇ ਪਰਮੇਸ਼ਰ ਨੇ ਮੁੱਢ ਵਿੱਚ ਭਾਵ ਮਾਤਾ ਦੇ ਗਰਭ ਵਿੱਚ, ਵਿਚਕਾਰਲੇ ਸਮੇਂ ਭਾਵ ਵਰਤਮਾਨ ਸਮੇਂ ਵਿੱਚ ਉਸ ਪਰਮੇਸ਼ਰ ਨੇ ਰੱਖਿਆ ਕੀਤੀ ਹੈ। ਜੋ ਅੰਤ ਨਿਵਾਹੈ, ਫਿਰ ਜੋ ਅੰਤ ਅਖੀਰ ਭਾਵ ਪਰਲੋਕ ਵਿੱਚ ਜਾ ਕੇ ਵੀ ਸਾਥ ਨਿਵਾਹੈ, ਸਾਥ ਨਿਭਾਉਂਦਾ ਹੈ। ਸਰੀਰ ਦੇ ਜਨਮ ਕਾਲ, ਮੱਧ ਬਾਲਕ ਤੇ ਜਵਾਨੀ ਅਵਸਥਾ ਦੇ ਵਿੱਚ ਅਤੇ ਸਰੀਰ ਦੇ ਅੰਤ ਪ੍ਰਾਣ ਨਿਕਲਣ ਸਮੇਂ ਤੱਕ ਜੋ ਕੀਤਾ ਹੋਇਆ ਨਾਮ ਸਿਮਰਨ ਤੋੜ ਨਿਭਾਉਂਦਾ ਹੈ, ਸੋ ਸਾਜਨ ਮੇਰਾ ਮਨ ਚਾਹੈ। ਮਹਾਰਾਜ ਜੀ ਕਹਿਣ ਲੱਗੇ, ਉਹ ਸਾਜਣ ਸੱਜਣ, ਸੱਜਣ ਰੂਪ ਪਰਮੇਸ਼ਰ ਨੂੰ ਮੇਰਾ ਮਨ ਹਰ ਵਕਤ ਚਾਹੁੰਦਾ ਰਹਿੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਉਹ ਸੱਜਣ ਰੂਪ ਪਰਮੇਸ਼ਰ ਨੂੰ ਮੇਰਾ ਮਨ ਹਰ ਸਮੇਂ ਹਰ ਵਕਤ ਚਾਹੁੰਦਾ ਰਹਿੰਦਾ ਹੈ, ਕਿਉਂਕਿ ਉਹ ਪਰਮੇਸ਼ਰ ਆਦ ਵਿੱਚ ਭਾਵ ਮੁੱਢ ਵਿੱਚ ਮਾਤਾ ਦੇ ਗਰਭ ਵਿੱਚ ਵੀ ਤੇ ਵਿਚਕਾਰਲੇ ਭਾਵ ਵਰਤਮਾਨ ਸਮੇਂ ਵਿੱਚ ਵੀ ਰੱਖਿਆ ਕਰਦਾ ਹੈ, ਅਤੇ ਜੋ ਅੰਤ ਸਮੇਂ ਅਖੀਰ ਭਾਵ ਪਰਲੋਕ ਵਿੱਚ ਜਾ ਕੇ ਵੀ ਸਾਥ ਨਿਭਾਉਂਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਉਹ ਸੱਜਣ ਰੂਪ ਪਰਮੇਸ਼ਰ ਨੂੰ ਮੇਰਾ ਮਨ ਹਰ ਵਕਤ ਚਾਹੁੰਦਾ ਰਹਿੰਦਾ ਹੈ। ਹਰਿ ਕੀ ਪ੍ਰੀਤ ਸਦਾ ਸੰਗ ਚਾਲੈ, ਹਰੀ ਅਕਾਲ ਪੁਰਖ ਦੀ ਪ੍ਰੀਤੀ ਹਮੇਸ਼ਾ ਲੋਕ ਪਰਲੋਕ ਵਿੱਚ ਸੰਗ ਚਾਲੈ, ਨਾਲ ਚੱਲਦੀ ਹੈ। ਜਿਹੜੀ ਹਰੀ ਅਕਾਲ ਪੁਰਖ ਦੇ ਨਾਲ ਪ੍ਰੀਤੀ ਕਰਨੀ ਹੈ, ਪਿਆਰ ਕਰਨਾ ਹੈ, ਪਰਮੇਸ਼ਰ ਦਾ ਨਾਮ ਜਪਣਾ ਹੈ, ਉਸ ਨੂੰ ਅੰਗ ਸੰਗ ਸਮਝਣਾ ਹੈ ਕਿ ਉਹ ਹਮੇਸ਼ਾ ਲੋਕ ਪਰਲੋਕ ਵਿੱਚ ਸੰਗ ਚੱਲਦਾ ਹੈ। ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੀ ਪ੍ਰੀਤੀ ਕਰੀ ਹੋਈ ਤੇ ਲੋਕ ਪਰਲੋਕ ਦੇ ਵਿੱਚ ਸੰਗ ਨਾਲ ਚੱਲਦੀ ਹੈ। ਦਇਆਲ ਪੁਰਖ ਪੂਰਨ ਪ੍ਰਤਪਾਲੈ, ਉਹ ਦਇਆਲ ਦਿਆਲੂ ਅਕਾਲ ਪੁਰਖ ਸਾਰਿਆਂ ਥਾਵਾਂ ਵਿੱਚ ਪੂਰਨ ਹੈ, ਵਿਆਪਕ ਹੈ, ਵਸ ਰਿਹਾ ਹੈ ਅਤੇ ਸਭ ਦੀ ਪ੍ਰਤਪਾਲੈ, ਕਿ ਪ੍ਰਤਪਾਲਣਾ ਕਰਦਾ ਹੈ, ਰੱਖਿਆ ਕਰਦਾ ਹੈ। ਜੈਸੇ ਮਾਤਾ ਬੱਚੇ ਦੀ ਪ੍ਰਤਪਾਲਣਾ ਕਰਦੀ ਹੈ, ਉਸੇ ਤਰ੍ਹਾਂ ਉਹ ਦਿਆਲੂ ਅਕਾਲ ਪੁਰਖ ਸਾਰਿਆਂ ਥਾਵਾਂ ਵਿੱਚ ਪੂਰਨ ਹੈ, ਵਿਆਪਕ ਹੈ, ਵਸ ਰਿਹਾ ਹੈ ਅਤੇ ਸਭ ਦੀ ਪ੍ਰਤਪਾਲਣਾ ਕਰਦਾ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਬਿਨਸਤ ਨਾਹੀ ਛੋੜ ਨਾ ਜਾਏ, ਵਾਹਿਗੁਰੂ ਦਾ ਸਰੂਪ ਬਿਨਸਤ ਨਾਸ ਨਹੀਂ ਹੁੰਦਾ। ਨਾਸ ਤੋਂ ਰਹਿਤ ਹੈ ਉਹ ਜੋ ਵਾਹਿਗੁਰੂ ਹੈ, ਉਸ ਦਾ ਸਰੂਪ ਬਿਨਸਤ ਨਾਹੀ, ਕਿ ਨਾਸ ਨਹੀਂ ਹੁੰਦਾ ਅਤੇ ਛੋੜ ਨਾ ਜਾਏ, ਨਾ ਹੀ ਛੋੜ ਛੱਡ ਕੇ ਜਾਂਦਾ ਹੈ। ਬਿਨਸਤ ਨਾਹੀ ਛੋੜ ਨਾ ਜਾਏ, ਕਿ ਵਾਹਿਗੁਰੂ ਉਹ ਅਕਾਲ ਪੁਰਖ ਹੈ ਜਿਹੜਾ, ਉਸ ਦਾ ਸਰੂਪ ਬਿਨਸਤ ਨਾਹੀ, ਨਾਸ ਨਹੀਂ ਹੁੰਦਾ ਅਤੇ ਨਾ ਹੀ
ਛੋੜ ਜਾਏ ਛੱਡ ਕੇ ਜਾਂਦਾ ਹੈ। ਭਾਵ ਹਰ ਵਕਤ ਅੰਗ ਸੰਗ ਰਹਿੰਦਾ ਹੈ। ਜਹ ਪੇਖਾ ਤਹਿ ਰਹਿਆ ਸਮਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਇਹ ਉਸ ਦੀ ਸਿਫਤ ਹੈ, ਜਿੱਥੇ ਵੀ ਵੇਖੀਏ ਉੱਥੇ ਹੀ ਪ੍ਰਭੂ ਪਰਮੇਸ਼ਰ ਸਮਾ ਰਿਹਾ ਹੈ। ਘਟ ਘਟ ਮੈਂ ਹਰਿ ਜੂ ਵਸੈ, ਸੰਤਨ ਕਹਿਓ ਪੁਕਾਰ, ਕਿ ਉਹ ਹਰੇਕ ਥਾਂ ਦੇ ਉੱਤੇ ਮੌਜੂਦ ਹੈ, ਹਰੇਕ ਦੇ ਹਿਰਦੇ ਵਿੱਚ ਵਸ ਰਿਹਾ ਹੈ, ਹਰੇਕ ਥਾਵਾਂ ਦੇ ਵਿੱਚ ਸਮਾ ਰਿਹਾ ਹੈ, ਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਨਾਸ ਨਹੀਂ ਹੁੰਦਾ ਅਤੇ ਨਾ ਹੀ ਇਸ ਜੀਵ ਦਾ ਸਾਥ ਛੱਡ ਕੇ ਕਿਤੇ ਜਾਂਦਾ ਹੈ, ਹਰ ਵਕਤ ਅੰਗ ਸੰਗ ਰਹਿੰਦਾ ਹੈ। ਇਹ ਉਸ ਦੀ ਸਿਫਤ ਹੈ ਪਰਮੇਸ਼ਰ ਦੀ, ਕਿ ਹਰ ਵਕਤ ਅੰਗ ਸੰਗ ਰਹਿੰਦਾ ਹੈ। ਜਿੱਥੇ ਵੀ ਵੇਖੀਏ ਉੱਥੇ ਹੀ ਪ੍ਰਭੂ ਪਰਮੇਸ਼ਰ ਸਮਾ ਰਿਹਾ ਹੈ। ਸੁੰਦਰ ਸੁਗੜ ਚਤੁਰ ਜੀ ਦਾਤਾ। ਉਹ ਵਾਹਿਗੁਰੂ ਦਾ ਸੁੰਦਰ ਸੋਹਣਾ ਸਰੂਪ, ਸੁਗੜ ਸ੍ਰੇਸ਼ਟ, ਘਾੜਤਾ ਨੂੰ ਘੜਨ ਵਾਲਾ, ਸਾਰਿਆਂ ਦੇ ਵਿਹਾਰਾਂ ਨੂੰ ਚਲਾਉਣ ਵਾਲਾ, ਚਾਤਰ ਸਿਆਣਾ ਹੈ ਅਤੇ ਜੀ ਦਾਤਾ, ਸਭ ਜੀਵਾਂ ਦਾ ਦਾਤਾ ਹੈ। ਸੁੰਦਰ ਸੁਗੜ ਚਤੁਰ ਜੀ ਦਾਤਾ, ਉਹ ਵਾਹਿਗੁਰੂ ਦਾ ਸਰੂਪ ਸੋਹਣਾ ਹੈ ਅਤੇ ਸੁਗੜ ਸ੍ਰੇਸ਼ਟ, ਘਾੜਤਾ ਨੂੰ ਘੜਨ ਵਾਲਾ, ਸਾਰਿਆਂ ਦੇ ਵਿਹਾਰਾਂ ਨੂੰ ਚਲਾਉਣ ਵਾਲਾ ਹੈ, ਸਿਆਣਾ ਹੈ ਅਤੇ ਜੀ ਦਾਤਾ, ਸਭ ਜੀਵਾਂ ਦਾ ਦਾਤਾ ਹੈ। ਭਾਈ ਪੂਤ ਪਿਤਾ ਪ੍ਰਭ ਮਾਤਾ। ਉਹ ਵਾਹਿਗੁਰੂ ਹੀ ਸਾਡਾ ਭਾਈ ਭਰਾ, ਪੁੱਤਰ ਅਤੇ ਪਿਓ, ਮਾਤਾ ਮਾਂ, ਭਰਾਵਾਂ ਦੀ ਨਿਆਈ ਬਿਪਤਾ 'ਚ ਮਦਦ ਕਰਨ ਵਾਲਾ ਹੈ। ਪੁੱਤਰ ਦੀ ਨਿਆਈ ਸਭ ਤੋਂ ਪਿਆਰਾ ਲੱਗਦਾ ਹੈ। ਪਿਤਾ ਦੀ ਨਿਆਈ ਰੱਖਿਆ ਕਰਨ ਵਾਲਾ ਹੈ। ਮਾਤਾ ਦੀ ਨਿਆਈ ਪਾਲਣਾ ਕਰਨ ਵਾਲਾ ਹੈ। ਜੀ ਪ੍ਰਾਣ ਆਧਾਰ ਮੇਰੀ ਰਾਸ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਮੇਰੀ ਜੀਵਨ ਪ੍ਰਾਣ ਆਧਾਰ ਮੇਰੀ ਰਾਸ, ਮੇਰੀ ਜੀਵਨ ਜ਼ਿੰਦਗੀ ਤੇ ਪ੍ਰਾਣ ਪ੍ਰਾਣਾ ਦਾ ਆਧਾਰ ਆਸਰਾ ਰੂਪ ਤੇ ਮੇਰੀ ਸਰਦਾ ਰੂਪੀ ਪੂੰਜੀ ਵੀ ਉਹ ਪਰਮੇਸ਼ਰ ਹੈ। ਜੀਵਨ ਪ੍ਰਾਣ ਆਧਾਰ ਮੇਰੀ ਰਾਸ, ਕਿ ਮੇਰੀ ਜੀਵਨ ਜ਼ਿੰਦਗੀ ਤੇ ਪ੍ਰਾਣਾ ਦਾ ਆਸਰਾ ਰੂਪ ਤੇ ਮੇਰੀ ਸਰਦਾ ਦੀ ਪੂੰਜੀ ਵੀ ਉਹ ਪਰਮੇਸ਼ਰ ਹੀ ਹੈ। ਪ੍ਰੀਤ ਲਾਈ ਕਰ ਹਿਰਦੈ ਨਿਵਾਸ। ਮਹਾਰਾਜ ਜੀ ਕਹਿਣ ਲੱਗੇ, ਮੈਂ ਉਸੇ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਨਾਲ ਚਿੱਤ ਦੀ ਪ੍ਰੀਤੀ ਲਾਉਣਾ ਕੀਤੀ ਹੈ, ਜੋ ਮੇਰੇ ਹਿਰਦੇ ਵਿੱਚ ਨਿਵਾਸ ਕਰ ਰਿਹਾ ਹੈ। ਪ੍ਰੀਤ ਲਾਈ ਕਰ ਹਿਰਦੈ ਨਿਵਾਸ, ਕਿ ਮੈਂ ਉਸੇ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਨਾਲ ਚਿੱਤ ਦੀ ਪ੍ਰੀਤੀ ਲਾਉਣਾ ਕੀਤੀ ਹੈ। ਕਰ ਹਿਰਦੈ ਨਿਵਾਸ, ਜੋ ਮੇਰੇ ਹਿਰਦੇ ਵਿੱਚ ਨਿਵਾਸ ਕਰਦਾ ਹੈ, ਬਸ ਰਿਹਾ ਹੈ। ਮਾਇਆ ਸਿਲਕ ਕਾਟੀ ਗੋਪਾਲ। ਗੋਪਾਲ ਪ੍ਰਿਥਵੀ ਦੇ ਪਾਲਕ ਅਕਾਲ ਪੁਰਖ ਨੇ ਮੇਰੇ ਗਲੋਂ ਮਾਇਆ ਦੀ ਸਿਲਕ, ਮਾਇਆ ਦੀ ਫਾਹੀ ਕੱਟ ਦਿੱਤੀ ਹੈ। ਮਾਇਆ ਸਿਲਕ ਕਾਟੀ ਗੋਪਾਲ। ਗੋਪਾਲ ਪ੍ਰਿਥਵੀ ਦੇ ਪਾਲਕ ਅਕਾਲ ਪੁਰਖ ਨੇ ਮੇਰੇ ਗਲੋਂ ਮਾਇਆ ਦੀ ਫਾਹੀ ਕੱਟ ਦਿੱਤੀ ਹੈ। ਸੱਚੇ ਪਾਤਸ਼ਾਹ ਨੇ ਘਰ ਆਪਣਾ ਲੀਨੋ ਨਦਰ ਨਿਹਾਲ, ਕਿ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਕਰਕੇ ਮੈਨੂੰ ਆਪਣਾ ਸੇਵਕ ਬਣਾ ਲਿਆ ਹੈ। ਆਪਣਾ ਸੇਵਕ ਬਣਾ ਕੇ ਆਨੰਦ ਪ੍ਰਸੰਨ ਕਰ ਦਿੱਤਾ ਹੈ। ਨਿਹਾਲ ਦੁੱਖਾਂ ਤੋਂ ਰਹਿਤ ਕਰ ਦਿੱਤਾ ਹੈ। ਸਿਮਰ ਸਿਮਰ ਕਾਟੇ ਸਭ ਰੋਗ। ਸੱਚੇ ਪਾਤਸ਼ਾਹ ਦੇ ਸਿਮਰਨ ਨੂੰ ਸਿਮਰ ਕਰਨੇ ਕਰਕੇ, ਯਾਦ ਕਰਨੇ ਕਰਕੇ ਸਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਰੋਗ ਮਿਟ ਗਏ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਸਿਮਰ ਸਿਮਰ ਕਾਟੇ ਸਭ ਰੋਗ। ਸੱਚੇ ਪਾਤਸ਼ਾਹ ਦੇ ਪਰਮੇਸ਼ਰ ਦੇ ਸਿਮਰਨ ਕਰਨੇ ਕਰਕੇ ਸਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਰੋਗ ਕੱਟੇ ਗਏ ਹਨ।
ਪਰਮੇਸ਼ਰ ਦੇ ਚਰਨਾਂ ਕਮਲਾਂ ਵਿੱਚ ਧਿਆਨ ਧਰ ਕੇ ਸਾਰੇ ਸੁੱਖ ਭੋਗਣਾ ਕੀਤੇ ਹਨ। ਪਰਮੇਸ਼ਰ ਦੇ ਚਰਨਾਂ ਨਾਲ ਸੁਰਤ ਜੋੜਨ ਵਿੱਚ ਹੀ ਸਾਰੇ ਸੁੱਖ ਅਤੇ ਭੋਗ ਪਦਾਰਥ ਹਨ। ਚਰਨ ਧਿਆਨ ਸਰਬ ਸੁੱਖ ਭੋਗ ਕੇ ਪਰਮੇਸ਼ਰ ਦੇ ਚਰਨਾਂ ਨਾਲ ਭਾਵ ਪਰਮੇਸ਼ਰ ਦੇ ਨਾਮ ਜਪਣੇ ਕਰਕੇ, ਧਿਆਨ ਸੁਰਤ ਜੋੜਨ ਕਰਕੇ ਤੇ ਸਾਰੇ ਦੁੱਖ ਰੋਗ ਪਦਾਰਥ ਹਨ ਜਿਹੜੇ ਉਹ ਸੁੱਖ ਬਣ ਗਏ ਹਨ। ਪੂਰਨ ਪੁਰਖ ਨਵਤਨ ਨਿਤ ਬਾਲਾ, ਹਰ ਅੰਤਰ ਬਾਹਰ ਸੰਗ ਰਖਵਾਲਾ। ਉਹ ਪਰਮੇਸ਼ਰ ਪੁਰਖ ਪੁਰਸ਼ਾਰਥ ਦੇਣ ਵਾਲਾ ਕਿ ਨਰਕਾਂ ਤੋਂ ਰੱਖਿਆ ਕਰਨ ਵਾਲਾ, ਆਕਾਸ਼ ਦੀ ਨਿਆਈ ਵਿਆਪਕ, ਨਵਤਨ ਨਿਵੀਨ ਸਰੂਪ ਤੇ ਨਿਤਾ ਪ੍ਰਤੀ ਵੱਡਾ ਹੈ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਅੰਦਰ ਬਾਹਰ, ਹਰ ਅੰਤਰ ਬਾਹਰ ਸੰਗ ਰਖਵਾਲਾ ਕਿ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਅੰਤਰ ਅੰਦਰ ਤੇ ਬਾਹਰ ਭਾਵ ਲੋਕ ਪਰਲੋਕ ਵਿੱਚ ਅੰਗ ਸੰਗ ਰੱਖਿਆ ਕਰਨ ਵਾਲਾ ਹੈ। ਹਰੀ ਹਿਰਦੇ ਦੇ ਅੰਦਰ ਵੀ ਅਤੇ ਹਿਰਦੇ ਤੋਂ ਬਾਹਰ ਸੰਸਾਰ ਵਿੱਚ ਵੀ ਅੰਗ ਸੰਗ ਰਹਿ ਕੇ ਰੱਖਿਆ ਕਰਨ ਵਾਲਾ ਹੈ। ਕਹੋ ਨਾਨਕ ਹਰ ਹਰ ਪਦ ਚੀਨ, ਸਰਵਸ ਨਾਮ ਭਗਤ ਕੋ ਦੀਨ। ਮਹਾਰਾਜ ਜੀ ਅਖੀਰਲੀਆਂ ਪੰਗਤੀਆਂ ਦੇ ਅੰਦਰ ਸਮਝਾ ਰਹੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੇ ਹਰੀ ਪਰਮੇਸ਼ਰ ਜੋ ਸਾਰੇ ਰਮਿਆ ਹੋਇਆ ਹੈ, ਉਸ ਦੇ ਨਾਮ ਨੂੰ ਜਪ ਕੇ ਕੈਵਲ ਮੋਖ ਦੀ ਪਦਵੀ ਪਾਉਣਾ ਕੀਤੀ ਹੈ। ਜਿਸ ਭਗਤ ਨੂੰ ਸੱਚੇ ਪਾਤਸ਼ਾਹ ਨੇ ਨਾਮ ਦੇਣਾ ਕੀਤਾ ਹੈ, ਉਸ ਨੂੰ ਸਰਵਸ ਸਰਵੰਸ ਹੀ ਦੇ ਦਿੱਤਾ ਹੈ। ਕਹੋ ਨਾਨਕ ਹਰ ਹਰ ਪਦ ਚੀਨ, ਸਰਵਸ ਨਾਮ ਭਗਤ ਕੋ ਦੀਨ। ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਜਿਸ ਹਰੀ ਪਰਮੇਸ਼ਰ ਨੇ ਸਾਰੇ ਰਮਿਆ ਹੋਇਆ ਹੈ, ਜੋ ਕਿ ਉਸ ਦੇ ਨਾਮ ਨੂੰ ਜਪ ਕੇ ਕੈਵਲ ਮੋਖ ਦੀ ਪਦਵੀ ਨੂੰ ਜਿਸ ਨੇ ਜਾਣਿਆ ਹੈ, ਜਿਸ ਭਗਤ ਨੇ ਸੱਚੇ ਪਾਤਸ਼ਾਹ ਦੇ ਨਾਮ ਦੇਣਾ ਕੀਤਾ ਹੈ, ਜਿਸ ਭਗਤ ਨੂੰ, ਉਸ ਨੂੰ ਸਰਵੰਸ ਹੀ ਦੇ ਦਿੱਤਾ ਹੈ, ਕੁਝ ਵੀ ਲੁਕਾ ਕੇ ਨਹੀਂ ਰੱਖਿਆ। ਜਿਸ ਭਗਤ ਨੇ ਤਨ ਮਨ ਧਨ ਰੂਪੀ ਸਰਵੰਸ ਵਾਰਿਆ ਹੈ, ਉਸ ਨੂੰ ਸੱਚੇ ਪਾਤਸ਼ਾਹ ਦੇ ਨਾਮ, ਸੱਚੇ ਪਾਤਸ਼ਾਹ ਨੇ ਨਾਮ ਦਿੱਤਾ ਹੈ। ਜੈਸਾ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ ਹੈ। ਜਿਨ੍ਹਾਂ ਨੇ ਤਨ ਮਨ ਧਨ ਸਭ ਕੁਝ ਗੁਰੂ ਨੂੰ ਸੌਂਪ ਦਿੱਤਾ ਹੈ ਤੇ ਹੁਕਮ ਮੰਨਿਆ ਹੈ, ਤੇ ਹੁਕਮ ਮੰਨ ਕੇ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਰਾਗ ਗੌੜੀ ਮਾਝ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਮਾਝ ਮਹੱਲਾ ਪੰਜਵਾ। ਰਾਗ ਗੌੜੀ ਦੀ ਮਾਝ ਜਾਤੀ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਉਪਦੇਸ਼ ਕਥਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਚੇਤਨ ਸਰੂਪ, ਆਨੰਦ ਸਰੂਪ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਖੋਜਤ ਫਿਰੈ ਅਸੰਖ ਅੰਤ ਨਾ ਪਾਰੀਆ, ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ, ਹਉ ਵਾਰੀ ਹਰ ਵਾਰੀਆ ਰਹਾਉ, ਸੁਣ ਸੁਣ ਪੰਥ ਡਰਾਓ ਬਹੁਤ ਭੈ ਹਾਰੀਆ, ਮੈਂ ਤੱਕੀ ਓੜ ਸੰਤੈ ਲੇਹੋ ਉਵਾਰੀਆ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਖੋਜਤ ਫਿਰੈ ਅਸੰਖ। ਅਸੰਖ ਅਣਗਿਣਤ ਪੁਰਸ਼ ਪਰਮੇਸ਼ਰ ਨੂੰ ਖੋਜਦੇ ਫਿਰਦੇ ਹਨ।
ਖੋਜਤ ਫਿਰੈ ਅਸੰਖ, ਕਿ ਅਸੰਖ ਹੁੰਦਾ ਅਣਗਿਣਤ, ਗਿਣਤੀ ਤੋਂ ਬਾਹਰ ਪੁਰਸ਼ ਪਰਮੇਸ਼ਰ ਨੂੰ ਖੋਜਦੇ ਫਿਰਦੇ ਹਨ। ਅੰਤ ਨਾ ਭਾਰਿਆ, ਪਰ ਉਸ ਦਾ ਅੰਤ ਕਿਸੇ ਨੇ ਨਹੀਂ ਪਾਇਆ, ਕਿ ਅਣਗਿਣਤ ਪੁਰਸ਼ ਪਰਮੇਸ਼ਰ ਨੂੰ ਖੋਜਦੇ ਫਿਰਦੇ ਹਨ, ਪਰ ਉਸ ਪਰਮੇਸ਼ਰ ਦਾ ਅੰਤ ਕਿਸੇ ਨੇ ਨਹੀਂ ਪਾਇਆ। ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ, ਕਿ ਉਹੀ ਪਰਮੇਸ਼ਰ ਦੇ ਭਗਤ ਹੋਏ ਹਨ, ਜਿਨ੍ਹਾਂ ਦੇ ਉੱਤੇ ਕਿਰਪਾਰੀਆ ਕਿਰਪਾਲੂ ਜੀ ਨੇ ਕਿਰਪਾਲਤਾ ਕੀਤੀ ਹੈ। ਜਿਨ੍ਹਾਂ ਪੁਰਸ਼ਾਂ ਦੇ ਉੱਤੇ ਕਿਰਪਾਲੂ ਪਰਮੇਸ਼ਰ ਨੇ ਕਿਰਪਾਲਤਾ ਕੀਤੀ ਹੈ, ਉਹੀ ਪਰਮੇਸ਼ਰ ਦੇ ਭਗਤ ਹੋਏ ਹਨ। ਹਉ ਵਾਰੀਆ ਹਰ ਵਾਰੀਆ, ਮਹਾਰਾਜ ਜੀ ਕਹਿਣ ਲੱਗੇ ਮੈਂ ਵਾਰੀਆ ਬਲਹਾਰ ਜਾਂਦਾ ਹਾਂ ਅਤੇ ਪਰਮੇਸ਼ਰ ਤੋਂ ਸਦਾ ਕੁਰਬਾਨ ਜਾਂਦਾ ਹਾਂ। ਸੁਣ ਸੁਣ ਪੰਥ ਡਰਾਓ ਬਹੁਤ ਪਹਿਰਾਰੀਆ, ਕਿ ਇੱਥੇ ਗੁਰੂ ਸਾਹਿਬ ਜੀ ਜਗਿਆਸੂ ਦੀ ਅਵਸਥਾ ਦੱਸਦੇ ਹਨ ਕਿ ਸੁਣ ਕੇ ਸੱਤ ਸ਼ਾਸਤਰਾਂ ਦੁਆਰਾ, ਸਰਦਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ ਕੇ ਪਰਲੋਕ ਤੋਂ ਡਰ ਆਉਂਦਾ ਹੈ, ਕਿ ਜਮਾਂ ਦਾ ਪੰਥ, ਜਮਾਂ ਦਾ ਰਸਤਾ ਬਹੁਤ ਭੈ ਹਾਰੀਆ, ਭੈਦਾਇਕ ਹੈ, ਡਰ ਵਾਲਾ ਹੈ। ਸੁਣ ਸੁਣ ਪੰਥ ਡਰਾਓ ਬਹੁਤ ਭੈ ਹਾਰੀਆ, ਕਿ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਜਗਿਆਸੂ ਦੀ ਅਵਸਥਾ ਦੱਸਦੇ ਹਨ ਕਿ ਸੁਣ ਕੇ ਸੱਤ ਸ਼ਾਸਤਰਾਂ ਦੁਆਰਾ, ਸਰਦਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ ਕੇ ਪਰਲੋਕ ਦਾ ਡਰ ਆਉਂਦਾ ਹੈ, ਕਿ ਜਮਾਂ ਦਾ ਮਾਰਗ, ਜਮਾਂ ਦਾ ਰਸਤਾ ਬਹੁਤ ਭੈਦਾਇਕ ਹੈ। ਮੈਂ ਤੱਕੀ ਓਟ ਸੰਤੈ ਲਿਹੋ ਅਵਾਰੀਆ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਹੇ ਮਹਾਰਾਜ, ਮੈਂ ਤੇਰੇ ਸੰਤਾਂ ਦੀ ਓਟ ਤੱਕਣਾ ਕੀਤੀ ਹੈ, ਕਿਰਪਾ ਕਰਕੇ ਮੈਨੂੰ ਉਸ ਭੈਦਾਇਕ ਰਸਤੇ ਤੋਂ ਉਵਾਰੀਆ ਬਚਾ ਲੈਣਾ ਕਰੋ, ਜੋ ਪਰਲੋਕ ਦਾ ਰਸਤਾ ਹੈ, ਬੜਾ ਭੈਦਾਇਕ ਹੈ। ਮਹਾਰਾਜ ਮੈਂ ਤੇਰੇ ਸੰਤਾਂ ਦੀ ਓਟ ਤੱਕੀ ਹੈ, ਕਿਰਪਾ ਕਰਕੇ ਮੈਨੂੰ ਉਸ ਭੈਦਾਇਕ ਰਸਤੇ ਤੋਂ ਬਚਾ ਲੈਣਾ ਕਰੋ। ਮੋਹਨ ਲਾਲ ਅਨੂਪ ਸਰਬ ਸਾਧਾਰੀਆ, ਹਰੀ ਅਕਾਲ ਪੁਰਖ ਸਾਰਿਆਂ ਦੇ ਚਿੱਤ ਨੂੰ ਮੋਹਨ ਮੋਹਿਤ ਕਰਨ ਵਾਲਾ, ਲਾਲ ਪਿਆਰਾ, ਅਨੂਪ ਉਪਮਾ ਤੋਂ ਰਹਿਤ, ਸਰਬ ਸਾਧਾਰੀਆ ਸਾਰਿਆਂ ਨੂੰ ਸਾਧਾਰੀਆ ਆਸਰੇ ਦੇ ਸਹਿਤ ਰੱਖਣ ਵਾਲਾ ਹੈ। ਹਰੀ ਅਕਾਲ ਪੁਰਖ ਸਾਰਿਆਂ ਦੇ ਚਿੱਤ ਨੂੰ ਮੋਹਿਤ ਕਰਨ ਵਾਲਾ ਹੈ ਤੇ ਪਿਆਰਾ ਹੈ, ਅਨੂਪ ਉਪਮਾ ਤੋਂ ਰਹਿਤ ਹੈ, ਸਾਰਿਆਂ ਦੇ ਆਸਰੇ ਦੇ ਸਹਿਤ ਰੱਖਣ ਵਾਲਾ ਹੈ, ਕਿ ਸਰਬ ਸਾਰਿਆਂ ਨੂੰ ਆਪਣੇ ਆਸਰੇ ਦੇ ਸਹਿਤ ਰੱਖਣ ਵਾਲਾ ਹੈ। ਗੁਰ ਨਿਵ ਨਿਵ ਲਾਗੋ ਪਾਏ ਦੇਹੋ ਦਿਖਾਰੀਆ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਮੈਂ ਸਤਿਗੁਰੂ ਅੱਗੇ ਨਿਵ ਨਿਵ ਕੇ, ਝੁਕ ਝੁਕ ਕੇ, ਤਾਨ ਦੇ ਤਾਣ ਵੱਲੋਂ ਝੁਕ ਕੇ ਤੇ ਮਨ ਦੇ ਮਾਣ ਵੱਲੋਂ ਝੁਕ ਕੇ ਚਰਨੀ ਲੱਗਦਾ ਹਾਂ, ਕਿ ਸਤਿਗੁਰੂ ਕਿਰਪਾ ਕਰਕੇ ਮੈਨੂੰ ਦੇਹੋ ਦਿਖਾਰੀਆ ਵਾਹਿਗੁਰੂ ਦਾ ਸਰੂਪ ਪ੍ਰਗਟ ਕਰਕੇ ਦਿਖਾ ਦੇਣਾ ਕਰੋ। ਗੁਰ ਨਿਵ ਨਿਵ ਲਾਗੋ ਪਾਏ ਦੇਹੋ ਦਿਖਾਰੀਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਮੈਂ ਸਤਿਗੁਰੂ ਦੇ ਅੱਗੇ ਨਿਵ ਨਿਵ ਕੇ, ਝੁਕ ਝੁਕ ਕੇ, ਤਨ ਦੇ ਸਰੀਰ ਦੇ ਤਾਣ ਵੱਲੋਂ ਝੁਕ ਕੇ ਤੇ ਮਨ ਦੇ ਮਾਣ ਵੱਲੋਂ ਝੁਕ ਕੇ ਚਰਨੀ ਲੱਗਦਾ ਹਾਂ, ਕਿ ਸਤਿਗੁਰੂ ਕਿਰਪਾ ਕਰਕੇ ਮੈਨੂੰ ਵਾਹਿਗੁਰੂ ਦਾ ਸਰੂਪ ਪ੍ਰਗਟ ਕਰਕੇ ਦਿਖਾ ਦੇਣਾ ਕਰੋ। ਮੈਂ ਕੀਏ ਮਿੱਤਰ ਅਨੇਕ। ਮਹਾਰਾਜ ਜੀ ਕਹਿਣ ਲੱਗੇ ਕਿ ਜਗਿਆਸੂ ਜੀ ਜਗਿਆਸਾ ਭਾਵ ਵਿੱਚ ਕਥਨ ਕਰਦੇ ਹਨ ਕਿ ਮੈਂ ਦੇਵੀ ਦੇਵਤੇ ਅਨੇਕ ਬਹੁਤ ਮਿੱਤਰ ਬਣਾਉਣਾ ਕੀਤੇ ਹਨ, ਪਰ ਕਿਸੇ ਨੇ ਪਰਲੋਕ ਦੀ ਪ੍ਰਾਪਤੀ ਨਾ ਕਰਵਾਈ। ਇੱਕ ਸਤਿਗੁਰੂ ਸਾਹਿਬ ਜੀ ਤੋਂ ਹੀ ਬਲਹਾਰੀਆ ਬਲਹਾਰ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਦੀ ਕਿਰਪਾ ਕਰਕੇ
ਹਰੀ ਪਰਮੇਸ਼ਰ ਪ੍ਰਾਪਤ ਹੋਇਆ ਹੈ। ਮੈਂ ਕੀਏ ਮਿੱਤਰ ਅਨੇਕ, ਇੱਕ ਸਬਲਹਾਰੀਆ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਜਗਿਆਸੂ ਭਾਵ ਵਿੱਚ ਕਿ ਮੈਂ ਦੇਵੀ ਦੇਵਤੇ ਬਹੁਤ ਮਿੱਤਰ ਬਣਾਉਣਾ ਕੀਤੇ, ਪਰ ਕਿਸੇ ਨੇ ਪਰਮੇਸ਼ਰ ਦੀ ਪ੍ਰਾਪਤੀ ਨਾ ਕਰਵਾਈ। ਇੱਕ ਸਤਿਗੁਰੂ ਗੁਰੂ ਸਾਹਿਬ ਤੋਂ ਹੀ ਬਲਿਹਾਰ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਦੀ ਕਿਰਪਾ ਕਰਕੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਸਾਬ ਗੁਣ ਇੱਕ ਹੀ ਨਾਹੀਂ, ਹਰ ਪੂਰ ਭੰਡਾਰੀਆ। ਮਹਾਰਾਜ ਜੀ ਕਹਿਣ ਲੱਗੇ ਸਾਰੇ ਗੁਣ ਕਿਸੇ ਵਿੱਚ ਵੀ ਨਹੀਂ ਹਨ। ਸਾਬ ਗੁਣ ਕਿਸੇ ਹੀ ਨਾਹੀਂ, ਕਿ ਸਭ ਸਾਰੇ ਗੁਣ ਕਿਸੇ ਵਿੱਚ ਵੀ ਨਹੀਂ ਹਨ। ਹਰ ਪੂਰ ਭੰਡਾਰੀਆ, ਹਰੀ ਅਕਾਲ ਪੁਰਖ ਵਾਹਿਗੁਰੂ ਹੀ ਗੁਣਾਂ ਦੇ ਪੂਰਨ ਭੰਡਾਰੇ ਹਨ, ਪੂਰਨ ਖਜ਼ਾਨੇ ਹਨ। ਚੌਹਾਂ ਦਿਸ ਜਪੀਐ ਨਾਉ, ਸੂਖ ਸਵਾਰੀਆ। ਜਿਸ ਪਰਮੇਸ਼ਰ ਦਾ ਚੌਹਾਂ ਚਾਰ ਦਿਸ਼ਾਵਾਂ ਵਿੱਚ ਨਾਮ ਜਪਿਆ ਜਾਂਦਾ ਹੈ। ਚੌਹਾਂ ਦਿਸ ਜਪੀਐ ਨਾਉ, ਕਿ ਜਿਸ ਪਰਮੇਸ਼ਰ ਦਾ ਚਾਰ ਦਿਸ਼ਾਵਾਂ ਵਿੱਚ ਨਾਮ ਜਪਿਆ ਜਾਂਦਾ ਹੈ। ਸੂਖ ਸਵਾਰੀਆ, ਉਸ ਨਾਮ ਨੇ ਮੇਰੀ ਚਿੱਤ ਦੀ ਬਿਰਤੀ ਵੀ ਸੁਖ ਸਰੂਪ ਵਿੱਚ ਸਵਾਰ ਦਿੱਤੀ ਹੈ, ਸੁੱਖਾਂ ਦੀ ਪ੍ਰਾਪਤੀ ਹੋਈ ਹੈ। ਮੈਂ ਆਹੀ ਓੜ ਤੁਹਾਰ, ਨਾਨਕ ਬਲਿਹਾਰੀਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਪਰਮੇਸ਼ਰ ਦੇ ਅੱਗੇ ਕਿ ਹੇ ਪਰਮੇਸ਼ਰ, ਮੈਂ ਤੁਹਾਡੀ ਓਟ ਤੱਕੀ ਹੈ। ਮੈਂ ਆਪ ਜੀ ਦੇ ਉੱਪਰੋਂ ਬਲਿਹਾਰੀਆ, ਬਲਿਹਾਰ ਕੁਰਬਾਨ ਜਾਂਦਾ ਹਾਂ ਕਿ ਮਹਾਰਾਜ ਜੀ ਜਿਸ ਪਰਮੇਸ਼ਰ ਦਾ ਚਾਰ ਦਿਸ਼ਾਵਾਂ ਵਿੱਚ ਨਾਮ ਜਪਿਆ ਜਾਂਦਾ ਹੈ, ਉਸ ਨਾਮ ਨੇ ਮੇਰੀ ਚਿੱਤ ਦੀ ਬਿਰਤੀ ਵੀ ਸੁਖ ਸਰੂਪ ਵਿੱਚ ਸਵਾਰ ਦਿੱਤੀ ਹੈ। ਹੇ ਪਰਮੇਸ਼ਰ, ਮੈਂ ਤੁਹਾਡੀ ਓਟ ਚਾਹੀ ਹੈ, ਓਟ ਤੱਕੀ ਹੈ। ਮੈਂ ਆਪ ਜੀ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਗੁਰ ਕਾਢਿਓ ਭੁਜਾ ਪਸਾਰ, ਮੋਹੇ ਕੂਪਾਰੀਐ। ਸਤਿਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਮੈਨੂੰ ਕਿਰਪਾ ਰੂਪੀ ਬਾਂਹ ਪਸਾਰ ਕੇ, ਬਾਂਹ ਫੜਾ ਕੇ ਮੋਹ ਰੂਪੀ ਖੂਹ ਦੇ ਵਿੱਚੋਂ ਕੱਢਣਾ ਕੀਤਾ ਹੈ। ਗੁਰ ਕਾਢਿਓ ਭੁਜਾ ਪਸਾਰ, ਮੋਹ ਕੂਪਾਰੀਐ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਕਿਰਪਾ ਰੂਪੀ ਬਾਂਹ ਪਸਾਰ ਕੇ ਮੋਹ ਰੂਪੀ ਖੂਹ ਵਿੱਚੋਂ ਕੱਢਣਾ ਕੀਤਾ ਹੈ। ਮੈਂ ਜੀਤਿਓ ਜਨਮ ਅਪਾਰ, ਬਹੁਰ ਨਾ ਹਾਰੀਆ। ਇਸ ਪ੍ਰਕਾਰ ਜੋ ਪਾਰਾਵਾਰ ਤੋਂ ਰਹਿਤ ਮਨੁੱਖਾ ਜਨਮ ਸੀ, ਮੈਂ ਉਸ ਨੂੰ ਜੀਤਿਓ ਜਿੱਤ ਲਿਆ ਹੈ ਅਤੇ ਸੰਸਾਰ ਵਿੱਚ ਮੁੜ ਕੇ ਕਦੇ ਵੀ ਹਾਰ ਨਹੀਂ ਹੋਵੇਗੀ। ਗੁਰੂ ਸਾਹਿਬ ਜੀ ਨੇ ਮੈਨੂੰ ਕਿਰਪਾ ਰੂਪੀ ਭੁਜਾ ਪਸਾਰ ਕੇ, ਬਾਂਹ ਪਸਾਰ ਕੇ ਮੋਹ ਰੂਪੀ ਖੂਹ ਵਿੱਚੋਂ ਕੱਢਣਾ ਕੀਤਾ ਹੈ। ਇਸ ਪ੍ਰਕਾਰ ਜੋ ਪਾਰਾਵਾਰ ਤੋਂ ਰਹਿਤ ਮਨੁੱਖਾ ਜਨਮ ਸੀ, ਮੈਂ ਉਸ ਨੂੰ ਜਿੱਤ ਲਿਆ ਹੈ ਅਤੇ ਸੰਸਾਰ ਵਿੱਚ ਮੁੜ ਕੇ ਕਦੇ ਵੀ ਹਾਰ ਨਹੀਂ ਹੋਵੇਗੀ। ਮੈਂ ਪਾਇਓ ਸਰਬ ਨਿਧਾਨ, ਅਕਥ ਕਥਾਰੀਆ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਮੈਂ ਪਾਇਓ ਸਰਬ ਨਿਧਾਨ। ਮਹਾਰਾਜ ਜੀ ਕਹਿਣ ਲੱਗੇ ਮੈਂ ਸਰਬ ਸਾਰਿਆਂ ਖਜ਼ਾਨਿਆਂ ਦੇ ਮਾਲਕ ਪਰਮੇਸ਼ਰ ਨੂੰ ਪਾ ਲਿਆ ਹੈ। ਮੈਂ ਪਾਇਓ ਸਰਬ ਨਿਧਾਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਮੈਂ ਸਾਰਿਆਂ ਖਜ਼ਾਨਿਆਂ ਦੇ ਮਾਲਕ ਪਰਮੇਸ਼ਰ ਨੂੰ ਪਾ ਲਿਆ ਹੈ। ਅਕਥ ਕਥਾਰੀਆ, ਜਿਸ ਪਰਮੇਸ਼ਰ ਦੀ ਅਕਥ ਕਥਨ ਤੋਂ ਰਹਿਤ ਕਥਾ ਹੈ ਕਿ ਉਸ ਦੁਆਰਾ ਮੈਂ ਸਾਰਿਆਂ ਖਜ਼ਾਨਿਆਂ ਦੇ ਮਾਲਕ ਪਰਮੇਸ਼ਰ ਨੂੰ ਪਾ ਲਿਆ ਹੈ। ਹਰ ਦਰ ਗਏ ਸੋਭਾਵੰਤ, ਬਾਹਾਂ ਲੁਡਾਰੀਆ। ਉਹ ਗੁਰਮੁਖ ਜਨ ਹਰੀ ਅਕਾਲ ਪੁਰਖ ਦੀ ਦਰਗਾਹ ਵਿੱਚ ਸੋਭਾਵੰਤ ਵਡਿਆਈ ਵਾਲੇ ਹਨ। ਹਰ ਦਰ ਗਏ ਸੋਭਾਵੰਤ, ਕਿ ਉਹ ਗੁਰਮੁਖ ਜਨ
ਹਰ ਹਰੀ ਅਕਾਲ ਪੁਰਖ ਦੀ ਦਰਗਹਿ ਦਰਗਾਹ ਦੇ ਵਿੱਚ ਸੋਭਾਵੰਤ ਸੋਭਾ ਵਾਲੇ ਵਡਿਆਈ ਵਾਲੇ ਹਨ, ਜੋ ਪਰਮੇਸ਼ਰ ਨੂੰ ਬੁੱਧੀ ਰੂਪੀ ਭੁਜਾ ਨੂੰ ਫੈਲਾ ਕੇ ਲੋਡਾਰੀਆ ਬੇਫਿਕਰੀ ਨਾਲ ਚੱਲਦੇ ਹਨ ਕਿ ਉਹ ਗੁਰਮੁਖ ਜਨ ਹਰੀ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਵਡਿਆਈ ਵਾਲੇ ਹਨ, ਜੋ ਪਰਮੇਸ਼ਰ ਵੱਲ ਨੂੰ ਬੁੱਧੀ ਰੂਪੀ ਭੁਜਾ ਨੂੰ ਫੈਲਾ ਕੇ ਬੇਫਿਕਰੀ ਨਾਲ ਚੱਲਦੇ ਹਨ। ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਮੈਂ ਦਾਸ ਨੇ, ਮੈਂ ਸੇਵਕ ਨੇ, ਮਾਣਕ ਦੀ ਨਿਆਈ ਅਮੋਲਕ ਬ੍ਰਹਮ ਨੂੰ ਗੁਰਾਂ ਦੁਆਰਾ ਲੱਭ ਲਿਆ ਹੈ, ਜੋ ਅਪਾਰੀਆ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਅਮੋਲ ਕਿਤੋਂ ਵੀ ਮੁੱਲ ਨਹੀਂ ਮਿਲਦਾ ਸੀ। ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਮੈਂ ਜਾਨ ਮੈਂ ਦਾਸ ਨੇ ਮਾਣਕ ਦੀ ਨਿਆਈ ਅਮੋਲਕ ਬ੍ਰਹਮ ਨੂੰ ਗੁਰਾਂ ਦੁਆਰਾ ਲੱਭ ਲਿਆ ਹੈ, ਜੋ ਅਪਾਰੀਆ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਅਮੋਲ ਕਿਤੋਂ ਵੀ ਮੁੱਲ ਨਹੀਂ ਮਿਲਦਾ। ਗੁਰਸੇਵਾ ਭੋਜਲ ਤਰੀਐ ਕਹੋ ਪੁਕਾਰੀਆ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ ਕਿ ਅਸੀਂ ਇਹ ਪੁਕਾਰੀਆ ਪੁਕਾਰ ਕੇ ਬੁਲੰਦ ਆਵਾਜ਼ ਦੇ ਨਾਲ ਕਹਿੰਦੇ ਹਾਂ ਕਿ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੀ ਟਹਿਲ ਕਰਕੇ ਭਉ ਜਲ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਗੁਰ ਸੇਵਾ ਭਉ ਜਲ ਤਰੀਐ ਕਹੋ ਪੁਕਾਰੀਆ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਬਾਣੀ ਦੁਆਰਾ ਸਮਝਾ ਰਹੇ ਹਨ ਕਿ ਅਸੀਂ ਇਹ ਪੁਕਾਰੀਆ ਪੁਕਾਰ ਕੇ ਬੁਲੰਦ ਆਵਾਜ਼ ਦੇ ਨਾਲ ਕਹਿੰਦੇ ਹਾਂ ਕਿ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੀ ਟਹਿਲ, ਸਤਿਗੁਰਾਂ ਦੀ ਸਿਫਤ ਸਲਾਹ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਗੌੜੀ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਇੱਕ ਓੰਕਾਰ, ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਬਾਣੀ ਦੁਆਰਾ ਕਥਨ ਕਰਦੇ ਹਨ, ਨਾਰਾਇਣ ਹਰ ਰੰਗ ਰੰਗੋ, ਜਪ ਜਿਹਬਾ ਹਰ ਏਕ ਮੰਗੋ ਰਹਾਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਜਿਸ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ, ਉਸ ਪਰਮੇਸ਼ਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਰੰਗਣਾ ਕਰੋ। ਨਾਰਾਇਣ ਹਰ ਰੰਗ ਰੰਗੋ, ਕਿ ਹੇ ਭਾਈ, ਜਿਸ ਵਿੱਚ ਅਵਿਦਿਆ ਰੂਪੀ ਨਾਰਾਇਣ, ਰਾਇਣ ਰਾਤ ਨਾ ਨਹੀਂ ਹੈ, ਉਸ ਪਰਮੇਸ਼ਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਰੰਗਣਾ ਕਰੋ। ਕਿ ਨਾਰਾਇਣ, ਨਾਰ ਨਰਾਂ, ਨਰਾਂ ਵਿੱਚ ਜਿਸ ਦਾ ਆਇਣ ਘਰ ਹੈ, ਜੈਸੇ ਹਰੀ ਦੇ ਪ੍ਰੇਮ ਵਿੱਚ ਆਪਣੇ ਹਿਰਦੇ ਨੂੰ ਰੰਗਣਾ ਕਰੋ। ਜਪ ਜਿਹਬਾ ਹਰ ਏਕ ਮੰਗੋ, ਕਿ ਜਿਹਬਾ ਜਵਾਨ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪੋ ਅਤੇ ਗੁਰਾਂ ਦੇ ਪਾਸੋਂ ਇੱਕ ਹਰੀ ਅਕਾਲ ਪੁਰਖ ਦੇ ਨਾਮ ਨੂੰ ਹੀ ਮੰਗਣਾ ਕਰੋ। ਜਾਪ ਜਿਹਬਾ ਹਰ ਏਕ ਮੰਗੋ, ਕਿ ਪਰਮੇਸ਼ਰ ਦੇ ਨਾਮ ਨੂੰ ਜਪੋ ਤੇ ਜਵਾਨ ਦੇ ਨਾਲ ਅਤੇ ਗੁਰਾਂ ਦੇ ਪਾਸੋਂ ਇੱਕ ਹਰੀ ਅਕਾਲ ਪੁਰਖ ਦੇ ਨਾਮ ਨੂੰ ਹੀ ਮੰਗਣਾ ਕਰੋ ਰਹਾਓ। ਵਿਸਰਾਮ ਦੇ ਕੇ ਮਹਾਰਾਜ ਜੀ ਅੱਗੇ ਪੰਕਤੀਆਂ ਵਿੱਚ ਸਮਝਾ ਰਹੇ ਹਨ, ਤਾਜ ਹਉਮੈ ਗੁਰ ਗਿਆਨ ਭਜੋ, ਮਿਲ ਸੰਗਤ ਹਰ ਧੁਰ ਕਰਮ ਲਿਖਿਓ। ਮਹਾਰਾਜ ਜੀ ਕਥਨ ਕਰਦੇ ਹਨ, ਤਾਜ ਹਉਮੈ, ਕਿ ਗੁਰਾਂ ਦੇ ਗਿਆਨ ਦੁਆਰਾ, ਗੁਰ ਗਿਆਨ ਭਜੋ, ਕਿ ਗੁਰਾਂ ਦੇ ਗਿਆਨ ਦੁਆਰਾ ਦੇਹ ਦੀ ਹੰਗਤਾ, ਦੇਹ ਦੀ ਮਮਤਾ ਛੱਡ ਕੇ ਭਜੋ, ਭਜਨ ਕਰੋ,
ਸਿਮਰਨ ਕਰੋ ਕਿ ਗੁਰਾਂ ਦੇ ਗਿਆਨ ਦੁਆਰਾ ਦੇਹ ਦੀ ਹੰਗਤਾ, ਦੇਹ ਦਾ ਹੰਕਾਰ, ਦੇਹ ਦਾ ਮੋਹ ਛੱਡ ਕੇ ਭਜੋ ਭਜਨ ਕਰੋ ਪਰਮੇਸ਼ਰ ਦਾ। ਮਿਲ ਸੰਗਤ, ਗੁਰਾਂ ਦੀ ਸੰਗਤ ਤਾਂ ਮਿਲਦੀ ਹੈ ਜੇ ਧੁਰ ਕਰਮ ਲਿਖਿਓ, ਕਿ ਜੇ ਮੁੱਢ ਤੋਂ ਭਾਵ ਧੁਰੋਂ ਸ੍ਰੇਸ਼ਟ ਕਰਮ ਲਿਖੇ ਹੋਣ। ਇਹ ਪੂਰਬਲੇ ਸ੍ਰੇਸ਼ਟ ਕਰਮਾਂ ਦੀ ਨਿਸ਼ਾਨੀ ਜੋ ਸਤ ਸੰਗਤ ਦੀ ਪ੍ਰਾਪਤੀ ਹੋਣੀ ਹੈ। ਜੋ ਦਿਸੈ ਸੋ ਸੰਗ ਨਾ ਗਇਓ, ਕਿ ਜਿਹੜੇ ਸੰਸਾਰ ਦੇ ਪਦਾਰਥ ਦਿਸ ਰਹੇ ਹਨ ਉਹ ਕਿਸੇ ਦੇ ਸੰਗ, ਕਿਸੇ ਦੇ ਨਾਲ ਨਹੀਂ ਗਏ। ਜੋ ਦਿਸੈ ਸੋ ਸੰਗ ਨਾ ਗਇਓ, ਕਿ ਜਿਹੜੇ ਸੰਸਾਰ ਦੇ ਪਦਾਰਥ ਦਿਸ ਰਹੇ ਹਨ ਉਹ ਕਿਸੇ ਦੇ ਸੰਗ, ਕਿਸੇ ਦੇ ਨਾਲ ਨਹੀਂ ਗਏ। ਜੈਸਾ ਕਿ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜਿਹੜਾ ਕੁਝ ਵੀ ਸੰਸਾਰ ਦੇ ਵਿੱਚ ਦ੍ਰਿਸ਼ਟਮਾਨ ਦਿਖ ਰਿਹਾ ਹੈ, ਸਗਲ ਮਥੇਨਾ ਇਹ ਮਿਥਿਆ ਹੋਇਆ ਹੈ, ਕਿਸੇ ਦੇ ਨਾਲ ਨਹੀਂ ਜਾਂਦਾ। ਸਾਕਤ ਮੂੜ ਲੱਗੇ ਪਚ ਮੋਇਓ, ਸਾਕਤ ਪੁਰਸ਼ ਕਠੋਰ ਚਿੱਤ ਵਾਲੇ ਪੁਰਸ਼, ਮੂੜ ਮੂਰਖ ਸੁਭਾਅ ਵਾਲੇ, ਦਿਸਣ ਵਾਲੀਆਂ ਚੀਜ਼ਾਂ ਵਿੱਚ ਲੱਗ ਕੇ ਸੰਸਾਰ ਵਿੱਚ ਸੜ ਕੇ ਭਾਵ ਦੁਖੀ ਹੋ ਕੇ ਮਰਦੇ ਹਨ। ਜਿਹੜੇ ਸੰਸਾਰ ਦੇ ਪਦਾਰਥ ਦਿਸ ਰਹੇ ਹਨ ਕਿਸੇ ਦੇ ਸੰਗ ਨਹੀਂ ਗਏ। ਕਿ ਸਾਗਤ ਮੂਰਖ ਸੁਭਾਅ ਵਾਲੇ, ਦਿਸਣ ਵਾਲੀਆਂ ਚੀਜ਼ਾਂ ਵਿੱਚ ਲੋਕ ਜੋ ਦਿਸਣ ਵਾਲੀਆਂ ਚੀਜ਼ਾਂ ਵਿੱਚ ਲੱਗ ਕੇ ਸੰਸਾਰ ਵਿੱਚ ਸੜ ਕੇ ਭਾਵ ਦੁਖੀ ਹੋ ਕੇ ਮੋਇਓ ਮਰਦੇ ਹਨ। ਮੋਹਨ ਨਾਮ ਸਦਾ ਰਵ ਰਹਿਓ, ਕੋਟ ਮਦੇ ਕਿਨੈ ਗੁਰਮੁਖ ਲਹਿਓ। ਕਿ ਆਪਣੇ ਸਰੂਪ ਵਿੱਚ ਮੋਹਨ ਮੋਹਤ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਉਚਾਰਦੇ ਰਹਿਓ, ਕਿਉਂਕਿ ਕੋਟ ਮਦੇ ਕਰੋੜਾਂ ਵਿੱਚੋਂ ਕਿਸੇ ਬਿਰਲੇ ਗੁਰਮੁਖ ਨੇ ਹੀ ਵਾਹਿਗੁਰੂ ਦੇ ਨਾਮ ਨੂੰ ਲਹਿਓ ਲਖਿਆ ਹੈ, ਨਾਮ ਨੂੰ ਜਪਿਆ ਹੈ। ਆਪਣੇ ਸਰੂਪ ਵਿੱਚ ਮੋਹਤ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਸਦਾ ਹਮੇਸ਼ਾ ਉਚਾਰਦੇ ਰਿਹਾ ਕਰੋ। ਪਰ ਕਰੋੜਾਂ ਵਿੱਚੋਂ ਕਿਸੇ ਬਿਰਲੇ ਗੁਰਮੁਖ ਨੇ ਹੀ ਵਾਹਿਗੁਰੂ ਦੇ ਨਾਮ ਨੂੰ ਲਖਿਆ ਹੈ, ਨਾਮ ਨੂੰ ਜਪਣਾ ਕੀਤਾ ਹੈ। ਹਰ ਸੰਤਨ ਕਰ ਨਮੋ ਨਮੋ। ਹੇ ਭਾਈ, ਹਰੀ ਪਰਮੇਸ਼ਰ ਅਕਾਲ ਪੁਰਖ ਦੇ ਸੰਤਾਂ ਨੂੰ ਜੋ ਸਾਸ ਗਰਾਸ ਨਾਮ ਜਪਣ ਵਾਲੇ ਹਨ ਉਹਨਾਂ ਨੂੰ ਨਿਮਰਤਾ ਨਾਲ ਮਨ ਕਰਕੇ ਵੀ ਨਮੋ ਨਮਸਕਾਰ ਕਰੋ ਤੇ ਤਨ ਕਰਕੇ ਵੀ ਨਮੋ ਨਮਸਕਾਰ ਕਰੋ। ਨਿਮਰਤਾ ਦੇ ਸਹਿਤ ਨਮੋ ਪੈਰੀ ਪੈ ਕੇ ਨਮਸਕਾਰ ਕਰਨਾ ਕਰੋ। ਨੌ ਨਿਧ ਪਾਵੇ ਅਤੁੱਲ ਸੁਖੋ, ਕਿ ਨੌ ਨਿਧ ਨੌ ਨਿਧੀਆਂ ਦਾ ਜੋ ਨੌ ਗੋਲਕਾਂ ਦਾ ਚੇਤਨ ਅਤੁੱਲ ਤੋਲਣ ਤੋਂ ਰਹਿਤ ਆਨੰਦ ਹੈ, ਫਿਰ ਉਸ ਦੇ ਸੁੱਖ ਨੂੰ ਪਾ ਲਵੋਗੇ। ਨੈਣ ਅਲੋਵੋ ਸਾਧ ਜਨੋ, ਹਿਰਦੈ ਗਾਵੋ ਨਾਮ ਨਿਧੋ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਸਾਧ ਜਨਾਂ ਦੇ ਨੇਤਰਾਂ ਕਰਕੇ ਦਰਸ਼ਨ ਦੇਖਣਾ ਕਰੋ। ਸਿਮਰਨ ਵਾਲੇ ਸਾਧ ਜਨਾਂ ਦੇ ਦਰਸ਼ਨ ਅੱਖਾਂ ਨਾਲ ਵੇਖਣਾ ਕਰੋ। ਹਿਰਦੇ ਵਿੱਚ ਨਿਧੀਆਂ ਦੇ ਦੇਣ ਵਾਲੇ ਵਾਹਿਗੁਰੂ ਦੇ ਨਾਮ ਨੂੰ ਗਾਉਣਾ ਕਰੋ, ਨਾਮ ਨੂੰ ਜਪਣਾ ਕਰੋ। ਕਾਮ ਕ੍ਰੋਧ ਲੋਭ ਮੋਹ ਤਜੋ, ਕਿ ਕਾਮ ਕ੍ਰੋਧ ਲੋਭ ਮੋਹ ਨੂੰ ਤਿਆਗਣਾ ਕਰੋ। ਇਹ ਵਿਕਾਰ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਛੱਡ ਦਿੱਤੇ, ਜਨਮ ਮਰਨ ਦੋਹੋਂ ਤੇ ਰਹਿਓ, ਉਹ ਜੰਮਣ ਮਰਨ ਦੋਹਾਂ ਤੋਂ ਰਹਿਤ ਹੋ ਗਏ ਹਨ। ਦੁੱਖ ਅੰਧੇਰਾ ਘਰ ਤੇ ਮਿਟਿਓ, ਉਹਨਾਂ ਦਾ ਜੰਮਣ ਮਰਨ ਦਾ ਦੁੱਖ ਅਗਿਆਨ ਦਾ ਹਨੇਰਾ ਹਿਰਦੇ ਰੂਪੀ ਘਰ ਵਿੱਚੋਂ ਮਿਟ ਗਿਆ ਹੈ। ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ, ਕਿ ਦੁਖਦਾਈ ਅਗਿਆਨ ਰੂਪੀ ਹਨੇਰਾ ਹਿਰਦੇ ਘਰ ਵਿੱਚੋਂ ਮਿਟ ਗਿਆ ਹੈ। ਵਾਹਿਗੁਰੂ ਨੇ ਜਿਨ੍ਹਾਂ ਨੂੰ ਉਪਦੇਸ਼ ਦੇ ਕੇ ਗਿਆਨ ਦ੍ਰਿੜ ਕਰਵਾ ਦਿੱਤਾ ਹੈ ਉਹਨਾਂ ਦੇ ਹਿਰਦੇ ਵਿੱਚ ਅਪਰੋਖ ਗਿਆਨ ਰੂਪੀ ਦੀਵਾ ਬਲ ਆਇਆ ਹੈ, ਪ੍ਰਕਾਸ਼ ਹੋ ਆਇਆ ਹੈ।
ਜਿਨ ਸੇਵਿਆ ਸੋ ਪਾਰ ਭਰਿਓ। ਜਿਨ੍ਹਾਂ ਨੇ ਵਾਹਿਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਸੇਵਨਾ ਕੀਤਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਪੈ ਗਏ ਹਨ। ਸਤਿਗੁਰੂ ਜੀ ਕਥਨ ਕਰਦੇ ਹਨ, ਜਨ ਨਾਨਕ ਗੁਰਮੁਖ ਜਗਤ ਤਰਿਓ। ਸਤਿਗੁਰੂ ਜੀ ਸਮਝਾ ਰਹੇ ਹਨ, ਗੁਰਾਂ ਦੁਆਰਾ ਗੁਰਮੁਖ ਜਨ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਜਿਨ ਸੇਵਿਆ ਸੋ ਪਾਰ ਭਰਿਓ, ਜਨ ਨਾਨਕ ਗੁਰਮੁਖ ਜਗਤ ਤਰਿਓ। ਕਿ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਸੇਵਨਾ ਕੀਤਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਪੈ ਗਏ ਹਨ, ਤਰ ਗਏ ਹਨ। ਜਨ ਨਾਨਕ ਗੁਰਮੁਖ ਜਗਤ ਤਰਿਓ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਾਂ ਦੁਆਰਾ ਗੁਰਮੁਖ ਜਨ ਜਗਤ ਤਰਿਓ, ਸੰਗਤ ਕਰਕੇ ਜਗਤ ਸੰਸਾਰ ਤੋਂ ਤਰ ਗਏ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜੋ ਗੁਰਮੁਖ ਜਨ ਗੁਰਾਂ ਦੀ ਸੰਗਤ ਕਰਦੇ ਹਨ, ਸੰਗਤ ਕਰਕੇ ਬਾਣੀ ਹਿਰਦੇ ਵਿੱਚ ਵਸਾ ਕੇ ਬਾਣੀ ਦੇ ਉਪਦੇਸ਼ 'ਤੇ ਚੱਲ ਕੇ ਪਰਮੇਸ਼ਰ ਦਾ ਨਾਮ ਜਪਦੇ ਹਨ, ਸਤ ਸੰਗਤ ਦੁਆਰਾ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਮਹਾਰਾਜ ਜੀ ਨੇ ਬੜੀ